ऑलराइट। तो जोबन पुत वो याद है डेरिवेशन तेरे एफ इज इक्वल टू बी आई एल साइन थीटा दी? नहीं सुन रहे मैं लगता ज़्यादा। ओके ठीक है ओके। तो मैं हुण ओनू यूज कर रहा ठीक है सीधा ही क्यों? ओके ठीक है बेटे। तो मैं दो वायर ने अपने कोल, मैं आ डिस्कस करना हुण तुहाडे नाल दोबारा सारा टॉपिक यही। दो वायर ने, दोनों दे विचों करंट जिहड़ा गा वो सेम डायरैक्शन च जा रहा गा। वैसे मैं वीडियो दे विच ऑलरेडी डिस्कस किया होया, पर मैं हुण इत्थे लॉ नूं दोबारा अप्लाई करना गा ताकि एक बार थॉरली रिवीजन हो जाए। ਇਹਦੇ ਵਿੱਚੋਂ करंट I1 पास कर रहा, ਇਹਦੇ ਵਿੱਚੋਂ करंट I2 पास कर रहा। ਹੁਣ ਆਪਾਂ ਨੇ ਇਹਨਾਂ ਦੋਨਾਂ ਦੇ ਬਿਟਵੀਨ ਜਿਹੜੀ ਲੱਗ ਰਹੀ ਫੋਰਸ ਆ ਉਹ ਫਾਈਂਡ ਆਊਟ ਕਰਨੀ ਆ। ਫੋਰਸ ਫਾਈਂਡ ਆਊਟ ਕਰਨ ਦੇ ਲਈ करंट फोर्स नहीं लगाऊगा, ये कन्फर्म आ। तो फोर्स कौन लगाऊगा? फोर्स लगाऊगा करंट तो प्रोड्यूस होने वाली मैगनैटिक फील्ड, ठीक है, वो फोर्स लगाऊ। तो जो फोर्स लगाऊगी तो यदा मतलब I1 की मैगनैटिक फील्ड जी हो अपने उपर फोर्स नहीं लगाऊ, क्योंकि फील्ड स्पेस अराउंड का कंडक्टर आ, तो वो अराउंड जो कुछ भी पिया वो उपर फोर्स लगू। तो I1 की मैगनैटिक फील्ड I2 के उपर फोर्स लगाऊगी, I2 की मैगनैटिक फील्ड I1 के उपर फोर्स लगाऊ। पहला आपां राइट हैंड थंब रूल दे नाल I1 की जिहड़ी प्रोड्यूस हुई मैगनैटिक फील्ड आ वो लभ लीए, ठीक है। I1 थंब किधर नूं आ देखो, हुण अपवर्ड जाऊगा, तो जो अपवर्ड जाऊगा राइट हैंड थंब, तो तुसीं जे फिंगर नूं कर्ल करके देखोगे तो तुहाडे सामने आ आए बनूगा लूप। ਇਹਦਾ मतलब जे मैं लूप ਨੂੰ ਬਣਾਵਾਂ ਤਾਂ ਇਹਦਾ लूप ਇਹਦੇ ਤੱਕ ਕਿਵੇਂ ਪਹੁੰਚੂਗਾ, ਤੁਸੀਂ ਆਪ ਦੇਖੋ ਐਂ। ਸੋ ਇਹਦਾ लूप ਐਂ ਚੱਲ ਰਿਹਾਗਾ। ਇਹਦਾ मतलब I1 ਦੀ ਮੈਗਨੈਟਿਕ ਫੀਲਡ I2 ਤੱਕ ਜੇ ਪਹੁੰਚ ਰਹੀ ਆ ਤਾਂ ਕਿੱਧਰ ਨੂੰ ਪਹੁੰਚ ਰਹੀ ਆ, ਤਾਂ ਦੇਖੋ ਐਂ ਜਾ ਰਹੀ ਆ, राइट। ਇਹਦਾ मतलब वो मैगनैटिक फील्ड इधर ਨੂੰ जा रही है। सो I1 ਦੀ मैगनैटिक फील्ड I2 ਦੇ ਉੱਪਰ ਉਧਰ ਨੂੰ ਜਾ ਰਹੀ ਆ, क्योंकि ਐਂ ਚੱਲੂ ਨਾ ਕੰਮ ਇਸ ਤਰ੍ਹਾਂ 3 डायमेंशनल ਆ, ठीक है। ਤਾਂ ਜੇ ਇੱਧਰ ਹੁੰਦਾ ਤਾਂ ਫਿਰ ਮੈਂ ਕਹਿੰਦਾ ਵੀ ਇੱਧਰ ਨੂੰ ਜਾ ਰਹੀ ਆ, ਕਿਉਂਕਿ ਐ ਬਣਨਾ ਸੀਗਾ ਸਰਕਲ ਲੂਪ। ਉਹ ਜਿਵੇਂ ਹੁੰਦਾ ਨਹੀਂ ਦੀਵਾਲੀ ਵੇਲੇ ਜ਼ਮੀਨ ਚੱਕਰ ਚਲਾਉਣੇ ਹੁੰਦੇ ਆਪਾਂ, ਤਾਂ ਉਹਦੇ ਜਿਹੜੇ ਫਾਇਰ ਦੇ ਉਹ ਨੇਗੇ, ठीक है, पार्टिकल्स ने किवें निकलते होंदे ने, देखो बाहर वो आई निकलते होंदे ने। तो देखो हुण इधरों जिहड़ा गा वो अंदर नूं जा रहा है, इसदा मतलब I1 ने जिहड़ी मैगनैटिक फील्ड प्रोड्यूस कीती आ, राइट हैंड थंब रूल ने मैनूं दस्सिया कि I2 दे उपर ओह इनवर्ड लग रही आ। क्यों? क्योंकि एरो अंदर नूं आ, ठीक है। ओके, तो मैनू हुण लूप की लोड़ नहीं, इस करके पर पहला तुसीं एक बारी क्लिक कर लो ताकि तुहाडे याद रहे भी लूप किवें बनिया सी। ओके, तो हुण ये गल कन्फर्म होगी कि जिहड़ा करंट आ I2, ठीक है, ਉਹਦੇ ਉੱਪਰ मैगनैटिक फील्ड ਜਿਹੜੀ ਆ ਉਹ I1 ਦੀ ਲੱਗ ਰਹੀ ਆ ਤੇ ਉਹ ਇਨਵਰਡ ਲੱਗ ਰਹੀ ਆ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਆਂ ਵੀ ਦੋਨਾਂ ਦੇ ਵਿੱਚ ਮੰਨ ਲਓ ਡਿਸਟੈਂਸ ਜਿਹੜਾਗਾ ਉਹ D ਆ, ਠੀਕ ਹੈ, ਦੋਨਾਂ ਦੇ ਬਿਟਵੀਨ। ਤੇ ਜਿਹੜੀ I1 ਦੀ ਲੈਂਥ ਆ ਉਹਨੂੰ ਮੈਂ L1 ਮੰਨ ਲਿਆ, I2 ਦੀ ਲੈਂਥ ਨੂੰ L2 ਮੰਨ ਲਿਆ, ਠੀਕ ਹੈ, ਕਿਉਂਕਿ ਨਾਲ ਨਾਲ ਮੈਂ ਹੁਣ ਫੋਰਸ ਕੈਲਕੂਲੇਟ ਕਰਨ ਜਾ ਰਿਹਾ। ਤਾਂ I2 ਦੇ ਉੱਪਰ ਕਿੰਨੀ ਫੋਰਸ ਲੱਗ ਰਹੀ ਆ ਹੁਣ ਆਪਾਂ ਇਹ ਫਾਈਂਡ ਆਊਟ ਕਰਨਾ। ਤਾਂ ਜੇ ਤੁਹਾਡੇ ਯਾਦ ਹੋਵੇ ਆਪਾਂ ਉਦੋਂ ਕੀਤਾ ਸੀ ਵੀ ਆ ਇੱਕ ਵਾਇਰ ਆ ਜਿਹਨੂੰ ਆਪਾਂ ਮੈਗਨੈਟਿਕ ਫੀਲਡ 'ਚ ਰੱਖਿਆ ਤੇ ਉਹਦੀ ਲੈਂਥ ਦੇ ਨਾਲ ਉਹ ਮੈਗਨੈਟਿਕ ਫੀਲਡ ਥੀਟਾ ਐਂਗਲ ਬਣਾ ਰਹੀ ਆ। ਤਾਂ ਜਿਹੜੀ ਇਹ ਤੇ ਲੱਗ ਰਹੀ ਫੋਰਸ ਆ ਜਿਹਦੀ ਲੈਂਥ L ਆ, ਤਾਂ ਫੋਰਸ ਆਉਣੀ ਸੀ BIL ਸਾਈਨ ਥੀਟਾ। ਆਹੀ ਸੀ ਨਾ ਪ੍ਰੂਫ। ਇਹਦੇ ਵਿੱਚ B ਕੌਣ ਸੀ?
ਤਾਂ B ਇਹਦੀ ਆਪਣੀ ਮੈਗਨੈਟਿਕ ਫੀਲਡ ਨਹੀਂ ਸੀਗੀ, ਇਹ ਮੈਗਨੈਟਿਕ ਫੀਲਡ ਆਪਾਂ ਬਾਹਰੋਂ ਲਈ ਸੀ ਵੀ ਕਿਉਂਕਿ ਬਾਹਰੋਂ ਮੈਗਨੈਟਿਕ ਫੀਲਡ ਇਹ ਤੇ ਲੱਗ ਰਹੀ ਆ। ਓਕੇ, B ਆਊਟਸਾਈਡ ਵਾਲੀ ਪਾਰਟ ਆ। I ਕੌਣ ਸੀ? I ਇਹਦੇ ਵਿੱਚੋਂ ਪਾਸ ਹੋ ਰਿਹਾ ਕਰੰਟ ਸੀ, ਤਾਂ I ਇਹਦਾ ਆਪਣਾ ਕਰੰਟ ਆ। ਠੀਕ ਹੈ, L ਕੌਣ ਆ? ਇਹਦੀ ਆਪਣੀ ਲੈਂਥ ਆ, ਤੇ ਥੀਟਾ ਕੌਣ ਆ? ਮੈਗਨੈਟਿਕ ਫੀਲਡ ਤੇ ਲੈਂਥ ਦੇ ਵਿੱਚ ਬਣਿਆ ਹੋਇਆ ਐਂਗਲ। ਓਕੇ, ਹੁਣ ਆਹ ਫਾਰਮੂਲੇ ਨੂੰ ਮੈਂ ਇੱਥੇ ਫਿੱਟ ਕਰਨਾ। ਮੈਗਨੈਟਿਕ ਫੀਲਡ ਲੈਂਥ ਦੇ ਕਿੰਨੇ ਐਂਗਲ ਤੇ ਲੱਗ ਰਹੀ ਆ? ਤਾਂ ਮੈਗਨੈਟਿਕ ਫੀਲਡ ਐਕਚੁਅਲੀ ਇਨਵਰਡ ਆ, ਤਾਂ ਪਰਪੈਂਡੀਕੁਲਰਲੀ ਇਨਵਰਡ ਆ, ਇਸ ਕਰਕੇ ਇੱਥੇ ਥੀਟਾ 90 ਡਿਗਰੀ ਹੋਊਗਾ, ਕਿਉਂਕਿ ਡਾਇਗਰਾਮ ਦੇ ਵਿੱਚ ਆਪਾਂ 3D ਦਿਖਾ ਨਹੀਂ ਸਕਦੇ ਉਸੇ ਵੇ ਨਾਲ ਜਿਵੇਂ ਉਹ ਹੁੰਦੀ ਆ। ਇਹ ਗੱਲ ਪਤਾ? ਤਾਂ ਇਹ ਮੈਗਨੈਟਿਕ ਫੀਲਡ ਐਕਚੁਅਲੀ ਐਂ ਲੱਗ ਰਹੀ ਆ, ਪਰ ਜੇ ਹੁਣ ਦੇਖੋ ਮੈਂ ਤੁਹਾਨੂੰ ਐਂ ਖੜਾਂਗਾ ਤਾਂ ਤੁਸੀਂ ਮੇਰੀ ਫਿੰਗਰ ਨੂੰ ਦੇਖ ਨਹੀਂ ਸਕਦੇ, ਪਰ ਜੇ ਤੁਹਾਨੂੰ ਮੈਂ ਟੇਢਾ ਕਰਦਾ ਤਾਂ ਫਿੰਗਰ ਦਿਖੂਗੀ। ਸੋ ਇਟ ਮੀਨਸ ਦਿਖਾਉਣ ਵਾਸਤੇ ਟੇਢੀ ਕਰਨੀ ਪਈ ਫਿੰਗਰ, ਪਰ ਅਦਰਵਾਈਜ਼ ਆਏ ਆ, ਤਾਂ ਆਏ ਹੁਣ ਤੁਹਾਨੂੰ 3 ਡਾਇਮੈਂਸ਼ਨ ਨਹੀਂ ਦਿਖ ਰਹੀ। ਠੀਕ ਹੈ ਨਾ, ਤਾਂ ਇਸ ਕਰਕੇ ਥੀਟਾ 90 ਡਿਗਰੀ ਆ, ਸੋ ਆ ਸਾइन 91 ਹੋ ਜਾਊਗਾ। ਇਹ ਤਾਂ ਗਿਆ। ਓਕੇ, ਹੁਣ ਰਹਿ ਗਿਆ ਮੇਰੇ ਕੋਲ BIL। ਤਾਂ B ਕੌਣ ਆ? B ਹੈਗੀ ਆ B1 ਜਿਹੜੀ ਮੈਗਨੈਟਿਕ ਫੀਲਡ ਲੱਗ ਰਹੀ ਆ। ਓਕੇ, I ਕੌਣ ਆ? I ਇਹਦਾ ਆਪਣਾ ਕਰੰਟ। ਕਿਉਂ? ਕਿਉਂਕਿ ਇੱਥੇ I ਕਿਹਦਾ ਕਰੰਟ ਸੀ? ਉਸ ਵਾਇਰ ਦਾ ਜਿੱਤੇ ਆਪਾਂ ਫੋਰਸ ਫਾਈਂਡ ਆਊਟ ਕਰ ਰਹੇ ਆ। ਤਾਂ I ਕਰੰਟ ਕਿੰਨਾ ਗਾ ਇੱਥੇ? I2। ਓਕੇ, ਲੈਂਥ, ਤਾਂ ਲੈਂਥ ਵੀ ਇਸ ਵਾਇਰ ਦੀ ਸੀਗੀ, ਤਾਂ ਇਹਦੀ ਲੈਂਥ ਦੇਖੋ ਕਿੰਨੀ ਆ? L2। ਫਾਰਮੂਲਾ ਪਤਾ ਲੱਗ ਗਿਆ ਕਿਵੇਂ ਅਪਲਾਈ ਕੀਤਾ? ਦੇਖ ਲਓ ਇੱਕ ਵਾਰੀ ਦੁਬਾਰਾ। ਇਸ ਫਾਰਮੂਲੇ ਨੂੰ ਮੈਂ ਇੱਥੇ ਅਪਲਾਈ ਕੀਤਾ, ਸੋ ਮੈਂ ਕੈਲਕੂਲੇਟ ਕੀ ਕਰ ਰਹੇ ਆ? I2 ਦੇ ਉੱਪਰ ਲੱਗ ਰਹੀ ਫੋਰਸ। ਹੁਣ ਇਹ I2 ਦੇ ਉੱਪਰ ਲੱਗ ਰਹੀ ਜਿਹੜੀ ਫੋਰਸ ਆ ਉਹ ਕਿਹਨੇ ਲਾਈ ਆ? I1 ਨੇ, ਰਾਈਟ? ਤਾਂ ਮੈਂ ਇਹਨੂੰ ਲਿਖੂੰਗਾ F12, ਤੇ F12 ਦਾ ਮਤਲਬ ਕੀ ਹੋ ਗਿਆ? ਫੋਰਸ ਬਾਈ 1 ਔਨ 2। ਸਿੰਪਲ ਰੱਖ ਲਓ ਜਮਾ, ਕਿਉਂਕਿ ਇਹ ਤਾਂ ਤੁਸੀਂ ਬਣਾਉਣੀ ਆ ਵਰਡਿੰਗ, ਇਹਦੇ ਲਈ ਕੋਈ ਰੂਲ ਨਹੀਂ ਹੁੰਦਾ, ਇਹ ਤਾਂ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ। ਤਾਂ F12 ਕੀ ਮੰਨਿਆ ਆਪਾਂ? ਫੋਰਸ ਬਾਈ 1 ਔਨ 2। ਤਾਂ ਆ ਗਈ ਆਪਣੇ ਕੋਲੋਂ ਵੈਲਿਊ। ਹੁਣ ਜਦੋਂ ਇਹ ਵੈਲਿਊ ਆਈ ਆ, B1 ਦੀ ਵੈਲਿਊ ਕਿੰਨੀ ਆ? ਦੈਟ ਇਜ਼ ਦਾ ਕੁਐਸਚਨ ਨਾਓ, ਹਨਾ? ਕਿਉਂਕਿ B1 ਉਹ ਫੀਲਡ ਆ ਜਿਹੜੀ I1 ਨੇ ਪ੍ਰੋਡਿਊਸ ਕੀਤੀ ਆ। ਇਸੇ ਕਰਕੇ ਮੈਂ ਕਨਫਿਊਜ਼ ਸੀਗਾ ਵੀ ਜਦੋਂ ਤੁਸੀਂ ਕਿਹਾ ਮੈਨੂੰ ਨਾ ਵੀ ਇਹ ਸਟ੍ਰੇਟ ਕੰਡਕਟਰ ਵਾਲਾ ਫਾਰਮੂਲਾ ਸਿਲੇਬਸ ਚੋਂ ਕੱਟਤਾ, ਤਾਂ ਜੇ ਉਹ ਕੈਂਸਲ ਕਰਤਾ ਤਾਂ ਫਿਰ ਇਹਨੂੰ ਵੀ ਅਪਲਾਈ ਨਹੀਂ ਕਰ ਸਕਦੇ ਆਪਾਂ, ਇਸ ਕਰਕੇ ਉਹਨੂੰ ਲਰਨ ਕਰਨਾ ਪੈਣਾ ਸੀ ਇਨਡਾਇਰੈਕਟਲੀ। ਠੀਕ ਹੈ, ਤਾਂ ਉਹ ਪਾਰਟ ਕੀ ਆ ਹੁਣ? ਕਿਉਂਕਿ B1 ਮੈਗਨੈਟਿਕ ਫੀਲਡ ਇਹਦੀ ਇਹ ਤੇ ਲੱਗ ਰਹੀ ਆ, ਤਾਂ ਉਹ ਮੈਗਨੈਟਿਕ ਫੀਲਡ ਕਿੰਨੀ ਹੋਊਗੀ? ਦੈਟ ਇਜ਼ ਦਾ ਪੁਆਇੰਟ। ਤਾਂ ਉਹ ਮੈਗਨੈਟਿਕ ਫੀਲਡ ਕੀ ਆ? I1 ਦੇ I2 ਜਿਹੜਾ ਗਾ ਉਹ ਨੇੜੇ ਪਿਆ, ਸੋ ਤੁਸੀਂ ਇੱਥੇ ਨੀਅਰ ਦਾ ਕੰਡਕਟਰ ਦਾ ਫਾਰਮੂਲਾ ਲਗਾਉਂਗੇ। ਮਤਲਬ B1 ਦੀ ਜਿਹੜੀ ਵੈਲਿਊ ਆਊਗੀ that would be the magnetic field by I1 on I2 when I2 is near the I1। ਠੀਕ ਹੈ, I1 ਦੇ ਨੇੜੇ ਆ। ਤਾਂ ਵੈਲਿਊ ਆਫ I1 ਹੁਣ ਓਕੇ, μ0/4 ਪਾਈ ਨੀਅਰ ਦਾ ਕੰਡਕਟਰ ਦਾ ਫਾਰਮੂਲਾ ਕੀ ਸੀਗਾ? 2I/R। ਓਕੇ, I ਕਿੰਨਾ ਗਾ? ਜਿਹਨੇ ਪ੍ਰੋਡਿਊਸ ਕੀਤੀ ਆ। R ਕਿੰਨਾ? R ਦੀ ਵੈਲਿਊ D ਆ। ਠੀਕ ਹੈ, ਤਾਂ ਇਸ ਤਰ੍ਹਾਂ μ0/4 ਪਾਈ 2I1/D that is the magnetic field by ਜਿਹੜੀ I1 ਪ੍ਰੋਡਿਊਸ ਹੋਈ ਆ। ਠੀਕ ਹੈ, ਤਾਂ I1 ਦੀ ਮੈਗਨੈਟਿਕ ਫੀਲਡ ਇਹ ਆ ਗਈ। ਹੁਣ ਇਹ ਵੈਲਿਊ ਇੱਥੇ ਪੁੱਟ ਕਰ ਦਾਂਗੇ। ਸੋ ਦੇਖੋ ਫੋਰਸ ਕਿੰਨੀ ਆ ਗਈ ਆਪਣੇ ਕੋਲ? μ0/4 ਪਾਈ 2I1/D। ਪਹਿਲਾਂ ਤਾਂ ਮੈਂ B1 ਦੀ ਵੈਲਿਊ ਪੁੱਟ ਕਰਤੀ, ਨਾਲ ਆ ਗਿਆ I2, ਨਾਲ ਆ ਗਿਆ L2। ਠੀਕ ਹੈ, ਤੇ ਇਹ ਆ ਗਈ ਆਪਣੇ ਕੋਲ ਫੋਰਸ। ਤਾਂ ਫੋਰਸ ਦੇ ਕੇਸ 'ਚ ਇਹ ਗੱਲ ਯਾਦ ਰੱਖਣੀ ਆ, ਲੈਂਥ ਜ਼ਰੂਰ ਮਲਟੀਪਲਾਈ ਹੋਊਗੀ ਫਾਰਮੂਲੇ ਦੇ ਨਾਲ। ਪਰ ਜਦੋਂ ਆਪਾਂ ਦੇਖਦੇ ਆ ਵੀ ਸਾਡੇ ਕੋਲ ਜਿਹੜੇ ਫਾਰਮੂਲੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਲੈਂਥ ਦਾ ਕੀ ਬਣਦਾ, ਤਾਂ ਐਕਚੁਅਲੀ ਉਹਨਾਂ ਨੇ ਕੀ ਕੀਤਾ ਹੋਇਆ, ਆ ਲੈਂਥ ਨੂੰ ਫੋਰਸ ਨਾਲ ਡਿਵਾਈਡ ਕਰਤਾ ਲਿਆ ਕੇ, ਤੇ ਬਣ ਜੂਗੀ ਫੋਰਸ ਬਾਈ ਲੈਂਥ। ਠੀਕ ਹੈ, ਤਾਂ ਰਾਈਟ ਹੈਂਡ ਸਾਈਡ ਤੇ ਕੀ ਰਹਿ ਜੂ ਸਾਡੇ ਕੋਲ? ਆ ਵੈਲਿਊ μ0/4 ਪਾਈ 2I1I2/D। ਤਾਂ ਇਹ ਐਕਚੁਅਲੀ ਵੈਲਿਊ ਕਿਹੜੀ ਬਣੀ ਆ? ਇਹ ਵੈਲਿਊ ਹੈਗੀ ਆ ਫੋਰਸ ਪਰ ਯੂਨਿਟ ਲੈਂਥ।
ਤਾਂ ਜਦੋਂ ਤੁਸੀਂ ਕਹਿ ਦੋਗੇ ਯੂਨਿਟ ਲੈਂਥ, ਯੂਨਿਟ ਦਾ ਮਤਲਬ ਹੁੰਦਾ 1, ਠੀਕ ਹੈ, ਯੂਨਿਟ ਦਾ ਮਤਲਬ 1 ਹੁੰਦਾਗਾ, ਤਾਂ ਯੂਨਿਟ ਦਾ ਮਤਲਬ 1 ਆ, ਤਾਂ ਇਸ ਕਰਕੇ L2 ਦੀ ਵੈਲਿਊ ਨੂੰ ਅਸੀਂ ਜਨਰਲੀ 1 ਪੁੱਟ ਕਰ ਦਿੰਦੇ ਹੁੰਦੇ ਆ। ਤਾਂ ਉਹ ਤਾਂ ਕਰਕੇ ਆ, ਮਤਲਬ ਆਪਾਂ ਜਦੋਂ ਕਦੇ ਵੀ ਯੂਜ਼ ਕਰਾਂਗੇ ਨਾ ਫੋਰਸ ਪਰ ਯੂਨਿਟ ਲੈਂਥ, ਤਾਂ ਉਹ ਫੋਰਸ ਪਰ ਯੂਨਿਟ ਲੈਂਥ ਅਸੀਂ ਯੂਜ਼ ਕਰਦੇ ਆ, ਤਾਂ ਯੂਨਿਟ ਲੈਂਥ ਕਰਕੇ ਅਸੀਂ ਉਹਦੀ ਵੈਲਿਊ 1 ਪੁੱਟ ਕਰ ਦਿੰਦੇ ਆ, ਤਾਂ ਅਸੀਂ ਕਦੇ ਵੀ L2 ਨਹੀਂ ਲਿਖਦੇ, ਠੀਕ ਹੈ। ਅਦਰਵਾਈਜ਼ ਇੱਥੇ L2 ਹਮੇਸ਼ਾ ਡਿਵਾਈਡਡ ਹੁੰਦਾ। ਜੇ ਤੁਸੀਂ ਕੱਲੀ ਫੋਰਸ ਕੱਢਣੀ ਆ ਤਾਂ L2 ਰਾਈਟ ਹੈਂਡ ਸਾਈਡ ਤੇ ਫਾਰਮੂਲੇ 'ਚ ਮਲਟੀਪਲਾਈਡ ਵੀ ਹੁੰਦਾਗਾ, ਕਿਉਂਕਿ ਇਸ ਤਰ੍ਹਾਂ ਦੇ ਕਈ ਕੁਐਸਚਨ ਨੇ ਜਿਹੜੇ NCERT ਦੇ ਵਿੱਚ ਨੇ, ਤੇ ਉਹ ਕਹਿੰਦੇ ਨੇ ਤੁਹਾਨੂੰ ਬਾਰ-ਬਾਰ ਕਿ ਜਦੋਂ ਵੀ ਤੁਸੀਂ ਇਹਨਾਂ ਨੂੰ ਕਰਨਾਗਾ ਕੁਐਸਚਨਸ ਨੂੰ, ਠੀਕ ਹੈ, ਤਾਂ ਉਹਦੇ 'ਚ ਲੈਂਥ ਨੂੰ ਯੂਜ਼ ਕਰਨਾ ਤੁਸੀਂ। ਹੈਗੇ ਆ ਕੁਐਸਚਨ, ਮੈਂ ਤੁਹਾਨੂੰ ਭੇਜੂੰਗਾ, ਤੁਸੀਂ ਦੇਖਿਓ ਕਰਕੇ ਟਰਾਈ, ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਫਾਰਮੂਲਾ ਅਪਲਾਈ ਕਰਨਾ। ਅਦਰਵਾਈਜ਼ ਤਾਂ ਆ ਫੋਰਸ, ਜੇ ਆਪਾਂ ਗੱਲ ਕਰੀਏ ਹੁਣ ਵੀ ਫੋਰਸ ਬਿਟਵੀਨ ਟੂ ਕੰਡਕਟਰਸ carrying current I1 and I2 and are separated by distance d in air or vacuum, ਤਾਂ ਇਹਨਾਂ ਦੋਨਾਂ ਦੇ ਬਿਟਵੀਨ air or vacuum ਆ, ਤਾਂ ਜਿਹੜੀ ਉਹ ਫੋਰਸ ਪਰ ਯੂਨਿਟ ਲੈਂਥ ਹੁੰਦੀ ਆ ਉਹ ਹੁੰਦੀ ਆ μ0/4 ਪਾਈ 2 I1 I2 by d, ਜਦ r ਕਹਿ ਲਓ ਇੱਥੇ, ਠੀਕ ਹੈ। ਤਾਂ ਇਹ ਫੋਰਸ ਉਦੋਂ ਯੂਜ਼ ਕਰਾਂਗੇ ਆਪਾਂ ਜਦੋਂ ਫੋਰਸ ਪਰ ਯੂਨਿਟ ਲੈਂਥ ਕੱਢ ਰਹੇ ਹਾਂ, ਪਰ ਜੇ ਕੱਲੀ ਫੋਰਸ ਕੱਢ ਰਹੇ ਹਾਂ ਮੈਂ ਫਿਰ ਕਹਿਣਾ ਦੈਨ ਯੂ ਹੈਵ ਟੂ ਮਲਟੀਪਲਾਈ ਦ ਲੈਂਥ ਐਜ਼ ਵੈਲ, ਤਾਂ ਉਹਨੂੰ L ਨਾਲ ਮਲਟੀਪਲਾਈ ਕਰਨਾ ਪਊਗਾ, ਠੀਕ ਹੈ। ਤਾਂ ਇਹ ਤਾਂ ਸੀਗੀ ਆਪਣੇ ਕੋਲ ਫਾਰਮੂਲੇ ਦੀ ਗੱਲ ਜਿਹੜਾ ਬਣਿਆ। ਇਸੇ ਤਰ੍ਹਾਂ ਜੇ ਹੁਣ ਤੁਸੀਂ I2 ਦੀ ਮੈਗਨੈਟਿਕ ਫੀਲਡ I1 ਦੇ ਉੱਪਰ ਲੱਭਣੀ ਆ, ਤਾਂ ਉਹਦੇ ਨਾਲ I1 ਦੇ ਉੱਪਰ ਲੱਗ ਰਹੀ ਫੋਰਸ ਆ ਜਾਣੀ ਹੈ ਤੁਹਾਡੇ ਕੋਲ, ਠੀਕ ਹੈ। ਤਾਂ ਉਹ ਕਿਵੇਂ ਕੈਲਕੂਲੇਟ ਕਰਾਂਗੇ ਉਹਦੇ ਲਈ ਚੱਲਦੇ ਆ ਹੁਣ, ਪਰ ਤੁਸੀਂ ਪਹਿਲਾਂ ਇਹਨੂੰ ਇੱਕ ਵਾਰੀ ਸਕਰੀਨਸ਼ਾਟ ਲੈ ਲਓ। ਸਕੂਲ ਜਾ ਰਹੇ ਹੋ ਕਿ ਨਹੀਂ? ਹੈ ਪਤਾ ਲੱਗਿਆ ਸਕੂਲ ਦਾ? ਨਹੀਂ ਜਾ ਰਹੇ? ਅੱਛਾ, ਸਕੂਲ ਖੋਲਣੇ ਨਹੀਂ ਉਹਨਾਂ ਨੇ, ਕੀ ਕਿਹਾ ਹੈਗਾ? ਅੱਛਾ, ਟਰਾਂਸਪੋਰਟ ਪ੍ਰੋਬਲਮ ਆ। ਇਹ ਤਾਂ ਹੈ। ਅੱਛਾ, ਇੱਕ ਮੈਂ ਤੁਹਾਨੂੰ ਐ ਪੁੱਛਣਾ ਸੀ, ਮੈਂ ਪੁੱਛਣਾ ਕਈ ਵਾਰੀ ਸੋਚਦਾ ਰਹਿ ਗਿਆ ਮੈਨੂੰ ਸੀਗਾ, ਮੈਂ ਕਿਹਾ ਚਲ ਨਿਊਜ਼ ਤਾਂ ਅਸੀਂ ਸੁਣਦੇ ਰਹਿੰਦੇ ਆ। ਤੁਹਾਡੀ ਸਕੂਲ ਦੀ ਫੀਸ ਦਾ ਕੀ ਕੀਤਾ ਇਹਨਾਂ ਨੇ? ਸਕੂਲ ਫੀਸ ਕੀਤੀ ਵੇਵ ਕਿ ਨਹੀਂ, ਮਤਲਬ ਉਵੇਂ ਪੇ ਕਰ ਰਹੇ ਹੋ ਤੁਸੀਂ ਸਕੂਲ ਫੀਸ? ਉਵੇਂ ਪੇ ਕਰ ਰਹੇ ਹੋ ਸਰ, ਫੁੱਲ ਹੀ ਲੈ ਰਹੇ ਨੇ। ਕੱਲਾ ਟਰਾਂਸਪੋਰਟ ਦਾ ਨਹੀਂ ਹੋਣਾ ਖਰਚਾ, ਹੈ ਨਾ? ਬਸ ਕੱਲਾ ਟਰਾਂਸਪੋਰਟ ਦਾ ਨਹੀਂ। ਔਖਾ। ਸਾਰੇ ਕਰੀ ਜਾਂਦੇ ਨੇ ਇਹਦਾ ਮਤਲਬ ਉਵੇਂ, ਹੈ ਨਾ? ਸਾਨੂੰ ਆਇਆ ਵੀ ਇੱਥੇ ਜਿਹੜਾ ਅਸੀਂ ਨਿਊਜ਼ ਪੜ੍ਹਦੇ ਆ ਸੁਣਦੇ ਆ, ਉਹ ਹੁੰਦਾ ਵੀ ਉਹ 'ਚ ਵੀ ਪੇਰੈਂਟਸ ਦੇ ਨਹੀਂ ਰਹੇ ਫੀਸ, ਤੇ ਉਹ ਲੈ ਨਹੀਂ ਰਹੇ ਸਕੂਲ ਵਾਲੇ ਫੀਸ, ਪਤਾ ਨਹੀਂ ਲੈ ਰਹੇ ਨੇ, ਐਂ ਕਰਦੇ ਨੇ। ਪਰ ਆਇਆ ਵੀ ਹੁਣ ਕੁਛ ਤਾਂ ਰਿਡਿਊਸ ਕਰਨੀ ਚਾਹੀਦੀ ਸੀ ਵੈਸੇ, ਹੈ ਨਾ? ਫੁੱਲ ਫੀਸ ਤਾਂ ਉਦੋਂ ਬਣਦੀ ਹੈ ਜਦੋਂ ਆਪਾਂ ਸਾਰਾ ਕੁਛ ਉਹਨਾਂ ਦਾ ਯੂਜ਼ ਕਰ ਰਹੇ ਹੋਈਏ। ਚਲੋ ਐਨੀਵੇਜ਼, ਉਹ ਸਕੂਲ ਵਾਲਿਆਂ ਦਾ ਕੰਮ ਆ, ਪਰ ਦੁੱਖ ਆ ਤੁਹਾਡੇ ਨਾਲ ਯਾਰ ਇਸ ਗੱਲ ਦਾ। ਚਲੋ ਆਪਾਂ ਹੁਣ ਨੈਕਸਟ ਇੱਥੇ ਪਾਰਟ ਆਗਾ ਸਾਡੇ ਕੋਲ ਡਿਸਕਸ ਕਰਨ ਵਾਲਾ, ਉਹ ਹੈ ਵੀ ਜੇ ਆਪਾਂ ਫੋਰਸ ਕੈਲਕੂਲੇਟ ਕਰਨੀ ਹੈ ਹੁਣ, ਠੀਕ ਹੈ, ਬਿਟਵੀਨ ਟੂ ਕੰਡਕਟਰਸ, ਤਾਂ ਮੈਂ ਹੁਣ I1 ਦੇ ਉੱਪਰ ਵੀ ਤੁਹਾਨੂੰ ਕੈਲਕੂਲੇਟ ਕਰਕੇ ਦਿਖਾ ਦਾਂ, ਤੇ ਇਸ ਤੋਂ ਬਾਅਦ 'ਚੋਂ ਆਪਾਂ ਰੂਲ ਬਣਾਉਣੇ ਆ ਇੱਕ, ਜਿਹੜਾ ਰੂਲ ਅਸੀਂ ਅੰਡਰਸਟੈਂਡ ਕਰਨਾ। ਤਾਂ ਹੁਣ I2 ਇੱਧਰ ਸੀਗਾ, ਯਾਦ ਕਰੋ, ਇੱਧਰ I1 ਸੀ, ਤਾਂ ਹੁਣ I2 ਦੀ ਫੋਰਸ ਵੀ I1 ਦੇ ਉੱਪਰ ਲੱਭਣੀ ਆਪਾਂ। ਤਾਂ ਤੁਸੀਂ ਅਗੇਨ ਕਿਤੇ ਜਾਣਾਗਾ, ਰਾਈਟ ਹੈਂਡ ਥੰਬ ਲੈ ਕੇ ਜਾਣਾਗਾ I2 ਦੇ ਟੂਵਰਡਸ। ਤਾਂ I2 ਦੇ ਲਈ ਡਾਇਰੈਕਸ਼ਨ ਆਫ ਕਰੰਟ ਅਪਵਰਡ, ਤਾਂ ਫਿੰਗਰਸ ਨੂੰ ਕਰਲ ਕਰਨੀਆਂ ਸ਼ੁਰੂ ਕਰੋ। ਦੇਖੋ, ਤਾਂ ਜੇ ਤੁਸੀਂ ਫਿੰਗਰਸ ਨੂੰ ਕਰਲ ਕਰਕੇ ਦੇਖ ਰਹੇ ਹੋ, ਆਹ ਫਿੰਗਰਸ I1 ਤੋਂ ਬਾਹਰ ਨੂੰ ਆ ਰਹੀਆਂ, ਦੇਖੋ, ਤਾਂ ਐਂ ਚੱਲ ਰਿਹਾ ਹੈਗਾ। ਦੈਟ ਮੀਨਸ ਇਹਦੀ ਜਿਹੜੀ ਮੈਗਨੈਟਿਕ ਫੀਲਡ ਇਹ ਤੇ ਮਿਲ ਰਹੀ ਆ, ਉਹ ਇੱਧਰ ਨੂੰ ਹੋਊਗੀ। ਤਾਂ ਇਸ ਤਰ੍ਹਾਂ I2 ਦੀ ਮੈਗਨੈਟਿਕ ਫੀਲਡ I1 ਦੇ ਉੱਪਰ ਆਊਟਵਰਡ ਆਊਗੀ, ਤਾਂ ਇਹਨੂੰ ਮੈਂ B2 ਲਿਖ ਰਿਹਾ। ਡਿਸਟੈਂਸ ਸੇਮ D ਹੈ ਦੋਨਾਂ 'ਚ, ਠੀਕ ਹੈ। ਤਾਂ ਹੁਣ ਫੋਰਸ ਕਿਵੇਂ ਕੈਲਕੂਲੇਟ ਕਰਾਂਗੇ ਆਪਾਂ? ਅਗੇਨ ਇਹਦੀ ਲੈਂਥ ਹੈਗੀ ਆ L1, ਤਾਂ ਤੁਸੀਂ ਦੇਖੋ ਫੋਰਸ 2-1 ਲਿਖ ਲਓ ਇਹਨੂੰ ਹੁਣ,
तो फोर्स 2 1 का मतलब क्या हो गया, फोर्स बाय 2 on 1 इक्वल्स टू मैगनैटिक फील्ड ऑफ I2 क्योंकि 2 की मैगनैटिक फील्ड लग रही है, करंट तो I1 ही आऊगा जिते फोर्स कैलकुलेट कर रहे हैं, लेंथ L1 आऊ। तो तुसीं ये देखो जे तुसीं वैल्यू पुट करोगे तो जिहड़ा L1 नूं छड्ड के बाकी दा फार्मूला गा वो आही रह जूगा, μ0/4π 2I1 I2 बाय D ते नाल आ जूगा L1। तो इस तरह तुसीं आप देखो भी जिहड़ा L1 आ, ठीक है, जे ये ना होवे तो दोनों वैल्यूज सेम होणगियां। तो इस करके ये इंपॉर्टेंट पार्ट सी कि L का तुहानूं पता होना चाहिए गा। तो फोर्स पर यूनिट लेंथ आपां जदों गल करांगे भी फोर्स पर यूनिट लेंथ, तो फिर आप कह सकते हैं जो दोनों दी वैल्यू आप सेम रख लीए, यानी कि L1 L2 की वैल्यू आप सेम रख लीए, दैन आई कैन से कि दोनों के बिटवीन जी लग रही फोर्स आ वो इक्वल होगी क्योंकि आ दोनों वैल्यूज सेम सीगियां। अदरवाइज तुसीं ये नहीं कह सकते क्योंकि मे बी एक दी लेंथ लार्ज होवे एक दी लेंथ स्मॉलर होवे, ठीक है। तो उस दे अकॉर्डिंग आपां ने क्वेश्चन करने होणगे, जिस तरह के क्वेश्चन सानू देणगे अगे मैं तुहानूं दिखाऊंगा। दिनेश बुक च भी हैगे आ, मॉडर्न च भी हैगे आ, पर अरिहांत जिहड़ी भी तुहाडे कोल बुक हैगी आ सारियां बुक्स दे विच इहदे नाल दे क्वेश्चन हैगे आ, इहनूं भी क्लिक कर लो एक बारी। ओके ते हुण जिहड़ा फार्मूला गा आह ना एक डेफिनेशन आउंदी हुंदी आ, डेफिनेशन ऑफ एम्पीयर। हुण एम्पीयर दी डेफिनेशन, एम्पीयर कौन है, वी नो कि एम्पीयर इज द SI यूनिट ऑफ करंट, है ना। पर यह डेफिनेशन जदों आपां मतलब आउंदी आ तां मोस्टली बच्चे गलत करके आउंदे ने इहनूं। क्यों? क्योंकि आपां नूं एक डेफिनेशन ये 10th दे विच भी सिखा दिंदे ने भी द 1 कूलम पर सेकेंड फ्लो इज कॉल्ड 1 एम्पीयर। जे तुहाडे याद होवे थोनू भी 10th दे विच इसे तरह ही डिफाइन किया गया होना 1 एम्पीयर नूं। ते वो डेफिनेशन साडे माइंड चों ही चलदी रहिंदी है भी 1 कूलम पर सेकेंड क्योंकि Q/T लैके चलते आपां। पर एक्चुअल दे विच जिहड़ी डेफिनेशन आ जो SI ने डिसाइड कीती आ वो कित्थों बनी आ, वो बनी आ जिहड़ा हुण मैं फार्मूला आपां ड्राइव कीता उस फार्मूले तो। द फोर्स पर यूनिट लेंथ दैट वाज μ0/4π 2I1 I2 अपॉन D। ओके हुण वो कहंदा भी जे दो कंडक्टर ने, ठीक है, दोनों दे विच सैपरेशन 1 मीटर होवे क्योंकि आपां SI नूं डिफाइन कर रहे हैं यूनिट नूं, तां डिस्टेंस 1 मीटर होना चाहिए। तां कांस्टेंट वैल्यू वी नो 10⁻⁻7 हुंदी है पुत्तर दी μ0/4π दी। ते कहंदा फोर्स जिहड़ी लग रही आ ओह पर यूनिट लेंथ, जे वो फोर्स पर यूनिट लेंथ 1 न्यूटन पर मीटर होवे, मतलब साडे कोल दो इस तरह के कंडक्टर ने जिन्हां दे बिटवीन सैपरेशन 1 मीटर आ एंड दे आर इन एयर और वैक्यूम एंड द फोर्स पर यूनिट लेंथ बिटवीन दैम इज 1 न्यूटन पर मीटर। देन करंट I1 ते I2 नूं आपां 1 एम्पीयर कह सकते हैं। दूजी गल, जे तुसीं फोर्स पर यूनिट लेंथ दी कन्फ्यूजन नहीं रखनी देन तुसीं वो वैल्यू I1 ते I2 नूं मैं 1 एम्पीयर फिलहाल लिखण दी थां ते I लिख लेना, ठीक है। तां F/L दी वैल्यू जे आपां कैलकुलेट करिए तां किन्नी आऊगी, देखो 10⁻⁻7 इनू I1 I2 नूं 1 ही लिख लो 1, ठीक है। सो इहदी कोई यूनिट नहीं फिलहाल 1 लिखिया मैं, तो μ0/4π दी वैल्यू 10⁻⁷ इंटू 2 I1 ते I2 दी वैल्यू नूं 1 लिखिया, डिस्टेंस ये भी 1 हो गया। तो फोर्स पर यूनिट लेंथ दी वैल्यू कितनी आ गई 2 × 10⁻⁷ न्यूटन पर मीटर। ये जी मैं सारा कुछ लिखिया ये मैं नोट्स ਜਿਹੜੇ ਤੁਹਾਨੂੰ ਅੱਜ फोटोज भेजियां सी ग्रुप ਦੇ ਵਿੱਚ ਵੀ ਉਹਦੇ ਵਿੱਚ ਇਹ ਡੈਫੀਨੇਸ਼ਨ मैं स्पैशली एक पेज ਜਦੋਂ शुरू ਹੁੰਦਾ ਉੱਥੇ ਲਿਖਿਆ ਹੋਇਆ ਵੱਡੇ ਵੱਡੇ ਅੱਖਰ 'ਚ ਡੈਫੀਨੇਸ਼ਨ ਆਫ 1 ਐਂਪੀਅਰ ਤੇ ਉਹਦੇ ਥੱਲੇ
मैं ये सारा प्रूफ आई किया होयागा ते फिर मैं डिफाइन किया होया भी 1 एम्पीयर कदों बनता। तो हुण मैं ये दसूंगा भी आपां 1 एम्पीयर किहनूं कहने आ। सो 1 एम्पीयर वो करंट आ जदों दो वायर्स एक दूजे तो 1 मीटर ਦੇ डिस्टेंस ਤੇ ਹੁੰਦੀਆਂ ਨੇ, placed in air or vacuum, and they exerts force per unit length of 2 × 10⁻⁻7 Newton per meter. Then the current between the two wires must be 1 ampere. ਤਾਂ ਉਸ ਟਾਈਮ ਉਹਨਾਂ ਦੇ ਵਿੱਚ ਜਿਹੜਾ ਕਰੰਟ ਹੋਊਗਾ ਉਹ 1 ਐਂਪੀਅਰ ਹੀ ਹੋਣਾ ਚਾਹੀਦਾ, ਉਹ ਚੇਂਜ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਇਹ ਡੈਫੀਨੇਸ਼ਨ ਮੈਂ ਜਿਵੇਂ ਬੋਲੀ ਆ, ਵੈਸੇ ਤਾਂ ਤੁਹਾਨੂੰ ਇਹ ਰਿਕਾਰਡਿੰਗ 'ਚ ਵੀ ਮਿਲ ਜਾਣੀ ਹੈ, ਬਟ ਤੁਸੀਂ ਜਾ ਕੇ ਅੱਜ ਹੀ ਇਸ ਪੇਜ ਦੇ ਉੱਪਰ ਜਦੋਂ ਇੱਥੇ ਪਹੁੰਚੋਗੇ ਤੁਸੀਂ ਬਾਇਓਟ-ਸੇਵਰਟਸ ਲਾਅ ਤੋਂ ਬਾਅਦ, ਤਾਂ ਤੁਹਾਨੂੰ ਲੈਫਟ ਹੈਂਡ ਸਾਈਡ ਤੇ ਆ ਪੇਜ ਉਹ, ਤਾਂ ਉਹਦੇ ਤੇ ਤੁਹਾਨੂੰ ਇਹ ਪ੍ਰੋਪਰ ਡੈਫੀਨੇਸ਼ਨ ਸੇਮ ਮਿਲ ਜੂਗੀ। ਤੇ ਇਹ ਡੈਫੀਨੇਸ਼ਨ